ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਖਾਲਿਸਤਾਨ ਕੋਈ ਅਸੀਂ ਆਪਣੇ ਆਪ ਹੀ ਕੋਈ ਸ਼ਬਦ ਨਹੀਂ ਕੱਢ ਲਿਆ ਜਾਂ ਵਿਚਾਰ ਲਿਆਂਦਾ ਜਾਂ ਕਿਸੇ ਹੋਰ ਦੇਸ਼ਾਂ ਦੀ ਕੋਈ ਇਹ ਫਿਲਾਸਫੀ ਲਿਆਂਦੀ ਗਈ। ਇਹ ਤਾਂ ਸਾਨੂੰ ਘਰੋਂ ਗੁਰੂ ਨੇ, ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੋਈ ਆ, ਪਾਤਸ਼ਾਹੀ। ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਤਾਂ ਇਹਦਾ ਮਤਲਬ ਇਹ ਆ ਕਿ ਸਰਬ ਦੇ ਭਲੇ ਦੇ ਰਾਜ। ਇਹ ਤੋਂ ਡਰਨਾ ਕਿਹਨੂੰ ਚਾਹੀਦਾ? ਡਰਨਾ ਤਾਂ ਲੋਟੂਆਂ ਨੂੰ, ਕਿਰਤ ਦੇ ਲੋਟੂਆਂ ਨੂੰ, ਧਰਤੀ ਦੇ ਲੋਟੂਆਂ ਨੂੰ, ਪਾਣੀ ਦੇ ਲੋਟੂਆਂ ਨੂੰ, ਤੇ ਜਿਹੜੇ ਵੀ ਜ਼ੁਲਮ ਕਰਨ ਵਾਲੇ ਤੇ ਜਵਾਨੇ, ਉਹਨਾਂ ਨੂੰ ਡਰਨਾ ਚਾਹੀਦਾ। ਸਾਡੇ ਲਈ ਨਿਸ਼ਾਨਾ ਵੀ ਜ਼ਰੂਰੀ ਆ, ਸਾਡੇ ਲਈ ਮਾਧਿਅਮ ਵੀ ਜ਼ਰੂਰੀ ਆ, ਯੁੱਧ ਵੀ ਉਨੀ ਜ਼ਰੂਰੀ ਆ। ਅਸੀਂ ਰਾਜ ਦੇ ਇੱਦਾਂ ਨਹੀਂ ਕਰ ਸਕਦੇ ਜਿਹੜੇ ਮਰਜ਼ੀ ਤਰੀਕੇ ਬਣਾ ਕੇ ਇੱਕ ਵਾਰ ਰਾਜ ਲੈ ਲਓ। ਬੇਗਮਪੁਰੇ ਤੇ ਹਲੇਮੀ ਰਾਜ ਨੇ ਸਦਾ ਜਦੋਜਹਿਦ ਕਰਨੀ ਆ ਤੇ ਪੰਜ ਦਰਿਆਵਾਂ ਦੀ ਧਰਤੀ ਤੇ ਉਹ ਰਾਜ ਦਾ ਹੋਣਾ ਲਾਜ਼ਮੀ ਹੈ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਗੁਰੂ ਪਾਤਸ਼ਾਹ ਨੇ 239 ਸਾਲਾਂ ਦੇ ਸਫ਼ਰ ਬਾਅਦ ਖਾਲਸਾ ਪ੍ਰਗਟ ਕੀਤਾ। ਖਾਲਸਾ ਦਾ ਪ੍ਰਗਟ ਹੋਣਾ ਉਹ ਕਿਉਂ ਪ੍ਰਗਟ ਹੋਇਆ? ਖਾਲਸੇ ਕੋਲ ਪਾਤਸ਼ਾਹੀ ਦਾਵਾ ਗੁਰੂ ਸਾਹਿਬ ਨੇ, ਅਕਾਲ ਪੁਰਖ ਨੇ ਦਿੱਤਾ ਹੈ। ਖਾਲਸੇ ਰਾਹੀਂ ਹੀ ਅਕਾਲ ਪੁਰਖ ਦੀ ਜੋ ਸਤਾ ਆ, ਉਹਦੀ ਰਜ਼ਾ ਇੱਥੇ ਲਾਗੂ ਹੋਣੀ ਹੈ ਤੇ ਖਾਲਸਾ ਅਕਾਲ ਤਖਤ ਦਾ ਵਾਰਸ ਹੈ। ਗੁਰਮੁਖ ਦਾ ਸਾਜਣਾ, ਗੁਰਮੁਖਤਾਈ ਪ੍ਰਗਟ ਕਰਨੀ, ਇਹ ਗੁਰਮਤ ਦਾ ਆਸ਼ਾ ਹੈ ਤੇ ਇਹਦੇ ਲਈ ਇੱਕ ਬੇਗਮਪੁਰੇ ਵਰਗਾ ਸਮਾਜ ਤੇ ਹਲੇਮੀ ਰਾਜ ਚਾਹੀਦਾ ਹੈ। ਬੇਗਮਪੁਰੇ ਦਾ ਸਮਾਜ ਜਿੱਥੇ ਬਿਲਕੁਲ ਕੋਈ ਵੈਰ ਨਹੀਂ, ਕੋਈ ਭੌ ਨਹੀਂ, ਕੋਈ ਊਚ ਨਹੀਂ, ਕੋਈ ਨੀਚ ਨਹੀਂ, ਸਾਂਝੀ ਬਾਤ ਦਾ ਪਿਆਰ, ਮੁਹੱਬਤ। ਤੇ ਹਲੇਮੀ ਰਾਜ ਜਿੱਥੇ ਸੱਚ, ਨਿਆਂ, ਬਰਾਬਰਤਾ ਹੋਵੇ। ਤੇ ਬੇਗਮਪੁਰਾ ਤੇ ਹਲੇਮੀ ਰਾਜ ਖਾਲਸੇ ਦੇ ਬੋਲ ਬਾਲੇ ਦੇ ਰਾਹੀਂ ਹੀ ਆਉਣਾ। ਜੇ ਬੋਲ ਬਾਲਾ ਹੋਏਗਾ ਤਾਂ ਹੀ ਇਹ ਹੋਣਗੇ। ਇਹ ਸਾਡੀ ਵਾਜਬੀਅਤ ਆ ਖਾਲਸਾ ਰਾਜ ਦੀ। ਇਹ ਸਾਨੂੰ ਅਕਾਲ ਪੁਰਖ ਨੇ ਦਿੱਤੀ ਆ, ਗੁਰੂ ਨੇ ਦਿੱਤੀ ਆ ਇਹ ਪਾਤਸ਼ਾਹੀ ਦਾਵਾ। ਇਹ ਜਿੱਥੇ ਵੀ ਖਾਲਸਾ ਹੈ ਦੁਨੀਆ ਚ, ਉੱਥੇ ਹੀ ਉਹਨੇ ਇਹ ਲਾਗੂ ਕਰਨੀ ਹੈ। ਇਹ ਤੁਰੋਂ ਦਰਗਾਹ ਸਾਡੀ ਬਖਸ਼ਿਸ਼ ਆ। ਤੇ ਇਸੇ ਤਰ੍ਹਾਂ ਜੋ ਇਹ ਪੰਜ ਦਰਿਆਵਾਂ ਦੀ ਧਰਤੀ ਹੈ, ਜਿੱਥੇ ਸਾਡਾ ਇਤਿਹਾਸ ਆ, ਜਿੱਥੇ ਸਾਰਾ ਕੁਛ ਗੁਰੂ ਜਿਉਵੇਂ ਤੇ ਸਾਡਾ ਇੱਕ ਇੰਚ ਧਰਤੀ ਸ਼ਹੀਦਾਂ ਦੇ ਲਹੂ ਨਾਲ ਸਿੰਜੀ ਹੋਈ ਆ, ਇੱਥੇ ਵੀ ਇਹੋ ਹੀ ਨਿਜ਼ਾਮ ਬੇਗਮਪੁਰੇ ਤੇ ਹਲੇਮੀ ਰਾਜ ਦਾ ਸਥਾਪਿਤ ਕਰਨਾ ਹੈ। ਇਹੀ ਖਾਲਿਸਤਾਨ ਹੈ। ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਖਾਲਿਸਤਾਨ ਕੋਈ ਅਸੀਂ ਆਪਣੇ ਆਪ ਹੀ ਕੋਈ ਸ਼ਬਦ ਨਹੀਂ ਕੱਢ ਲਿਆ ਜਾਂ ਵਿਚਾਰ ਲਿਆਂਦਾ ਜਾਂ ਕਿਸੇ ਹੋਰ ਦੇਸ਼ਾਂ ਦੀ ਕੋਈ ਇਹ ਫਿਲਾਸਫੀ ਲਿਆਂਦੀ ਗਈ ਆ, ਜਾਂ ਇਹ ਕਰੋ ਕਿ ਕੋਈ ਕਿਸੇ ਰਿਐਕਸ਼ਨ ਚੋਂ ਲਿਆਂਦਾ ਗਿਆ। ਇੱਥੋਂ ਤੱਕ ਵੀ ਇਹ ਇਸ ਕਰਕੇ ਨਹੀਂ ਅਸੀਂ ਕਰ ਰਹੇ ਕਿ ਸਾਨੂੰ ਕੋਈ ਸੱਭਿਆਚਾਰਕ ਤੌਰ ਤੇ ਸਾਡੀ ਕੋਈ ਸਾਨੂੰ ਖਤਰਾ ਆਇਆ ਕਿਸੇ ਤਰ੍ਹਾਂ ਜਾਂ ਸਾਨੂੰ ਜ਼ਰੂਰਤ ਹੋ ਗਈ ਹੈ ਇੱਥੇ। ਇਹ ਤਾਂ ਸਾਨੂੰ ਘਰੋਂ ਗੁਰੂ ਨੇ, ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੋਈ ਆ, ਪਾਤਸ਼ਾਹੀ। ਸਾਰੀ ਦੁਨੀਆ ਦੀ, ਸਾਰੀ ਬ੍ਰਹਿਮੰਡ ਦੀ ਖਾਲਸੇ ਨੇ ਇਹ ਹਰ ਥਾਂ ਕਰਨੀ ਹੈ। ਇਹ ਇਹਦੇ ਨਾਲ ਜੁੜੀ ਹੋਈ ਹੈ, ਖਾਲਸੇ ਦੀ ਸਾਜਣੇ ਨਾਲ ਖਾਲਿਸਤਾਨ ਦਾ ਵਿਚਾਰ ਜੁੜਿਆ ਆ। ਤੇ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਤਾਂ ਇਹਦਾ ਮਤਲਬ ਇਹ ਆ ਕਿ ਸਰਬ ਦੇ ਭਲੇ ਦੇ ਰਾਜ, ਸਾਰਿਆਂ ਦਾ ਸਾਂਝਾ ਕਲਿਆਣਕਾਰੀ ਰਾਜ। ਇਹ ਕੋਈ ਸਿਰਫ ਸਿੱਖਾਂ ਦਾ ਰਾਜ ਨਹੀਂ। ਜਿੰਨੇ ਵੀ ਦਬੇ ਕੁਚਲੇ ਆ, ਜਿੰਨੇ ਵੀ ਪੀੜਤ ਲੋਕ ਆ, ਜਿੰਨੀ ਸਾਰੀ ਲਿਖਾਈ, ਸਾਰਿਆਂ ਦਾ ਰਾਜ ਆ। ਸਾਰਿਆਂ ਦੇ ਖੇੜਿਆਂ, ਖੁਸ਼ੀਆਂ, ਉਦਾਸ ਦਾ ਰਾਜ ਆ। ਇਹ ਤੋਂ ਡਰਨਾ ਕਿਹਨੂੰ ਚਾਹੀਦਾ? ਡਰਨਾ ਤਾਂ ਲੋਟੂਆਂ ਨੂੰ, ਕਿਰਤ ਦੇ ਲੋਟੂਆਂ ਨੂੰ, ਧਰਤੀ ਦੇ ਲੋਟੂਆਂ ਨੂੰ, ਪਾਣੀ ਦੇ ਲੋਟੂਆਂ ਨੂੰ, ਤੇ ਜਿਹੜੇ ਵੀ ਜ਼ੁਲਮ ਕਰਨ ਵਾਲੇ ਤੇ ਜਵਾਨੇ, ਉਹਨਾਂ ਨੂੰ ਡਰਨਾ ਚਾਹੀਦਾ। ਬਾਕੀ ਸਾਰੀ ਲਿਖਾਈ ਦਾ ਤਾਂ ਇਹ ਆਪ ਰਾਜ ਆ। ਇਹ ਤਾਂ ਹਕੂਮਤਾਂ
ਜਾਂ ਸਾਡੇ ਚ ਕੁਛ ਹਿੱਸੇ ਜਿਹੜੇ ਗਲਤ ਤਰੀਕੇ ਨਾਲ ਪੇਸ਼ ਕਰ ਦਿੰਦੇ ਨੇ, ਗਲਤ ਤਰੀਕੇ ਨਾਲ ਸਮਝ ਲੈਂਦੇ ਆ, ਉਹਦੇ ਕਰਕੇ ਇਹੋ ਜਿਹਾ ਇੱਕ ਮਾਹੌਲ ਬਣਾ ਤੇ ਨਾ ਕਿ ਪਤਾ ਨਹੀਂ ਇਹ ਕੀ ਹੈ। ਇਸ ਕਰਕੇ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਇਹ ਅਕਾਲ ਪੁਰਖ ਵੱਲੋਂ, ਗੁਰੂ ਵੱਲੋਂ ਬਖਸ਼ਿਸ਼ ਆ, ਤੇ ਇਹ ਸਾਰੇ ਥਾਂ ਹੀ ਹੋਣੀ ਹੈ ਕਿ ਪੰਜਾਬ ਇੱਕ ਖਾਸ ਧਰਤੀ ਆ ਗੁਰੂ ਦੇ ਅਮਲ ਦੀ। ਤੇ ਦੂਸਰੀ ਗੱਲ ਇਹ ਹੈ ਕਿ ਆਪਾਂ ਗੱਲ ਕਰੀਏ ਕਿ ਜਿਹੜਾ ਰਾਜ ਆ ਸਿੱਖੀ ਚ, ਗੁਰਮਤਿ ਚ ਰਾਜ ਦਾ ਕੀ ਥਾਂ ਆ। ਜਦੋਂ ਆਪਾਂ ਕਹਿੰਦੇ ਰਾਜ ਬਣਾਉਣਾ, ਧਰਮ ਚਲੇ ਹਾਂ, ਧਰਮ ਦੇ ਨਾਲ ਸਭ ਡਰੇ ਵਾਲੇ ਹਾਂ। ਜੋ ਸਾਡਾ ਰਾਜ ਆ ਉਹ ਧਰਮ ਦੇ ਆਧਾਰ ਤੇ ਆ, ਸਾਡੀ ਬੁਨਿਆਦ ਧਰਮ ਆ, ਰਾਜ ਉਸ ਤੋਂ ਬਾਅਦ ਆ। ਅਸੀਂ ਰਾਜ ਕਾਹਦੇ ਲਈ ਲੈਣਾ? ਤਾਂ ਕਿ ਇੱਕ ਧਰਮ ਵਾਲਾ ਸਮਾਜ ਚ ਰਾਜ ਹੋਵੇ ਜਿੱਥੇ ਗੁਰਮੁਖ ਘੜੇ ਜਾਣ, ਗੁਰਮੁਖਤਿਆਈ ਹੋਵੇ, ਜਿੱਥੇ ਇਨਸਾਫ ਹੋਵੇ ਸਾਰਿਆਂ ਲਈ, ਜਿੱਥੇ ਖੇੜੇ ਵਿਗਾਸ ਹੋ, ਕੋਈ ਭੌ ਡਰ ਨਾ ਹੋਵੇ। ਤੇ ਜਦੋਂ ਆਪਾਂ ਇਹ ਗੱਲ ਕਰਦੇ ਹਾਂ, ਆਪਾਂ ਨੂੰ ਇਹ ਖਿਆਲ ਰੱਖਣਾ ਚਾਹੀਦਾ ਕਿ ਸਿੱਖੀ ਚ, ਸਾਡੀ ਪਰੰਪਰਾ ਵਿੱਚ ਧਰਮ ਬੁਨਿਆਦ ਆ। ਰਾਜ ਧਰਮ ਲਈ ਕਰਨਾ ਹੈ, ਧਰਮ ਤੇ ਖੜਾ ਆ। ਅਸੀਂ ਰਾਜ ਧਰਮ ਨੂੰ, ਧਰਮ ਦੀਆਂ ਕਦਰਾਂ ਕੀਮਤਾਂ ਮਿਟਾ ਕੇ ਜਾਂ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾ ਕੇ ਰਾਜ ਨਹੀਂ ਲੈ ਸਕਦੇ। ਅੱਜ ਕੱਲ ਮੈਂ ਦੇਖਣ ਚਾਹੁੰਦਾ ਕਿ ਕਈ ਸਾਡੇ ਵੀਰ, ਸਾਡਾ ਇੱਕ ਹਿੱਸਾ ਇਹੋ ਜਿਹੀਆਂ ਗੱਲਾਂ ਕਰਦੇ ਆ, ਕੁਛ ਪ੍ਰਭਾਵ ਮਾਡਰਨਿਟੀ ਦਾ ਸਮਿਆਂ ਦਾ ਪੈ ਗਿਆ। ਉਹ ਕਹਿੰਦੇ ਕਿ ਰਾਜ ਜ਼ਰੂਰੀ ਆ, ਬਾਕੀ ਧਰਮ ਆਪਾਂ ਦੇਖ ਲਾਂਗੇ ਬਾਅਦ ਚ, ਬਾਕੀ ਸਾਰੀਆਂ ਗੱਲਾਂ ਬਾਅਦ ਚ ਹੋ ਜਾਓ, ਇੱਕ ਵਾਰ ਰਾਜ ਲੈ ਲਓ। ਇਹ ਗੁਰਮਤਿ ਅਨੁਸਾਰ, ਸਾਡੀ ਪਰੰਪਰਾ ਅਨੁਸਾਰ ਨਹੀਂ ਹੈ। ਸਾਡੇ ਲਈ ਧਰਮ ਸਭ ਤੋਂ ਜ਼ਰੂਰੀ ਹੈ। ਜੇ ਧਰਮ ਨਹੀਂ, ਕੋਈ ਰਾਜ ਨਹੀਂ ਟਿਕ ਸਕਦਾ। ਜੇ ਧਰਮ ਨਹੀਂ, ਕੋਈ ਨਿਆਂ ਨਹੀਂ ਹੋ ਸਕਦਾ। ਧਰਮ ਕਹਿ ਰਿਹਾ, ਧਰਮ ਨੂੰ ਹਰਾ ਕੇ ਅਸੀਂ ਰਾਜ ਨਹੀਂ ਲੈ ਸਕਦੇ। ਤੇ ਸਾਡੇ ਚ ਹੋਰਾਂ ਵਾਂਗ ਨਹੀਂ ਹੈ ਕਿ ਰਾਜ ਲੈਣ ਦੇ ਜੋ ਮਰਜ਼ੀ ਕਰ ਲਓ। ਸਾਡੇ ਲਈ ਨਿਸ਼ਾਨਾ ਵੀ ਜ਼ਰੂਰੀ ਆ, ਸਾਡੇ ਲਈ ਮਾਧਿਅਮ ਵੀ ਜ਼ਰੂਰੀ ਆ, ਜੁਗਤ ਵੀ ਉਨੀ ਜ਼ਰੂਰੀ ਆ। ਅਸੀਂ ਰਾਜ ਲਈ ਏਦਾਂ ਨਹੀਂ ਕਰ ਸਕਦੇ ਜਿਹੜੇ ਮਰਜ਼ੀ ਤਰੀਕੇ ਅਪਣਾ ਕੇ ਇੱਕ ਵਾਰ ਰਾਜ ਲੈ ਲਓ। ਸਾਡੇ ਤਰੀਕੇ ਵੀ ਜਾਇਜ਼ ਆ, ਉਹ ਵੀ ਪਾ ਕੇ ਉਹ ਵੀ ਖਾਲਿਸ ਆ, ਤੇ ਰਾਜ ਵੀ ਖਾਲਿਸ ਆ। ਅੱਜ ਕੱਲ ਬਹੁਤ ਇਹੋ ਜਿਹਾ ਕੁਛ ਹੋ ਰਿਹਾ, ਇੱਕ ਗੰਦਲਾ ਤੰਜਾ ਆ ਰਿਹਾ ਆ, ਕੁਛ ਸਰਕਾਰ ਵੀ ਉਹਨੂੰ ਵਧਾ ਦਿੰਦੀ ਹੈ। ਇਸ ਕਰਕੇ ਸਾਨੂੰ ਇਹਦੇ ਲਈ ਸਪਸ਼ਟ ਖੜਨਾ ਚਾਹੀਦਾ ਤੇ ਦੱਸਣਾ ਚਾਹੀਦਾ, ਜਿੱਥੇ ਬੰਦਿਆਂ ਨੂੰ ਨਹੀਂ ਸਮਝ ਲੱਗਦੀ, ਜਿੱਥੇ ਉਲਝਣ ਪਾਈ ਜਾ ਰਹੀ ਹੈ, ਜਿੱਥੇ ਇੱਕ ਦੀਵਾਰ ਜਿਹਾ ਖੜਾ ਕੀਤਾ ਜਾ ਰਿਹਾ ਹੈ ਕਿ ਇਹ ਰਾਜ ਖਾਲਸੇ ਦੀ ਸਾਜਨਾ ਨਾਲ ਜੁੜਿਆ ਆ, ਤੇ ਖਾਲਿਸਤਾਨ ਉਹੀ ਰਾਜ ਹੈ। ਤੇ ਜਿੱਥੇ ਵੀ ਖਾਲਸਾ ਹੈ, ਉੱਥੇ ਉਸਨੇ ਉਸ ਬੇਗਮਪੁਰੇ ਤੇ ਹਲੇਮੀ ਰਾਜ ਦੇ ਸਦਾ ਜਦੋਜਹਿਦ ਕਰਨੀ ਹੈ, ਤੇ ਪੰਜ ਦਰਿਆਵਾਂ ਦੀ ਧਰਤੀ ਤੇ ਉਹ ਰਾਜ ਦਾ ਹੋਣਾ ਲਾਜ਼ਮੀ ਹੈ। ਤੇ ਸਾਡੇ ਲਈ ਧਰਮ ਸਭ ਤੋਂ ਪਹਿਲਾਂ ਹੈ। ਧਰਮ ਨੂੰ ਹਰਾ ਕੇ ਕੋਈ ਰਾਜ ਨਹੀਂ ਅਸੀਂ ਲੈ ਸਕਦੇ। ਤੇ ਰਾਜ ਤੱਕ ਪਹੁੰਚਣ ਲਈ ਜਰੀਆ ਵੀ ਧਰਮ ਦਾ। ਅਸੀਂ ਕੋਈ ਵੀ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਰਾਜ ਤੱਕ ਨਹੀਂ ਪਹੁੰਚ ਸਕਦੇ ਜਦ ਤੱਕ ਤੁਸੀਂ ਉਹੋ ਜਿਹੀਆਂ ਕਮਾਈਆਂ, ਉਹੋ ਜਿਹੀਆਂ ਸਿਮਰਨ, ਉਹੋ ਜਿਹੇ ਕਿਰਦਾਰ ਨਹੀਂ ਬਣਾਉਂਦੇ, ਰਾਜ ਨਹੀਂ ਮਿਲਣੇ। ਰਾਜ, ਦੂਸਰੀ ਗੱਲ ਇਹ ਹੈ ਕਿ ਸਾਨੂੰ ਗੁਰੂ ਦੀ ਬਖਸ਼ਿਸ਼ ਆ। ਜੋ ਪਹਿਲਾਂ ਵੀ ਸਾਨੂੰ ਰਾਜ ਮਿਲਿਆ, ਸਾਡੇ ਜ਼ੋਰ ਨਾਲ, ਤਲਵਾਰ ਨਾਲ, ਜਾਂ ਕਿਸੇ ਚਲਾਕੀਆਂ ਜਾਂ ਕੋਈ ਮੁਹਿੰਮਾਂ ਬਣਾ ਕੇ ਜਾਂ ਕੋਈ ਪ੍ਰੋਪੇਗੈਂਡਾ ਕਰਕੇ ਨਹੀਂ ਸੀ ਮਿਲਿਆ। ਉਦੋਂ ਅਸੀਂ 9 ਜਾਂ 10 ਦੀ ਸੀ। ਉਹ ਸਾਡਾ ਖਾਸ ਕਿਰਦਾਰ ਸੀ, ਖਾਲਸੇ ਦਾ ਜਾਬਤਾ ਸੀ, ਜਿਹਨੂੰ ਦੇਖ ਕੇ ਸਾਰੀ ਲਕਾਈ ਨੇ ਕਿਹਾ ਕਿ ਤੁਸੀਂ ਇਨਸਾਫ ਕਰ ਸਕਦੇ, ਤੁਸੀਂ ਰਾਜ ਬਣਾਓ। ਸਾਨੂੰ ਉਹੋ ਜਿਹੇ ਬਣਨਾ ਪੈਣਾ ਹੈ। ਤੇ ਅੱਜ ਜ਼ਰੂਰਤ ਹੈ ਕਿ ਉਹੋ ਜਿਹੇ ਬਣੋ। ਇਹ ਸਭ ਤੋਂ ਪਹਿਲੀ ਗੱਲ ਆ, ਇਹ ਬੁਨਿਆਦ ਆ, ਇੱਥੋਂ ਹੀ ਸਾਰੀ ਗੱਲ ਸ਼ੁਰੂ ਹੋਣੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।